ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪਹਿਲੇ ਦੇ 11ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਸੇਵਾ ਏਕ ਨ ਜਾਨਸ ਅਵਰੇ, ਪਰਪੰਚ ਬਿਆਦ ਤਿਆਗੇ ਕਵਰੇ। ਪਾਏ ਮਿਲੇ ਸਚ ਸਾਚੇ ਸਚਰੇ, ਐਸਾ ਰਾਮ ਭਗਤ ਜਨ ਹੋਈ। ਹਰ ਗੁਣ ਗਾਏ ਮਿਲੇ ਮਲ ਧੋਈ ਰਹਾਓ। ਊਂਦੋ ਕਵਲ ਸਗਰ ਸੰਸਾਰੇ, ਦੁਰਮਤ ਅਗਨ ਜਗਤ ਪਰਜਾਰੇ। ਸੋ ਉਬਰੇ ਗੁਰ ਸ਼ਬਦ ਵਿਚਾਰੇ, ਭ੍ਰਿੰਗ ਪਤੰਗ ਕੁੰਚਰ ਅਰ ਮੀਨਾ। ਮਿਰਗ ਮਰੇ ਸੋ ਆਪਣਾ ਕੀਨਾ, ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ। ਕਾਮ ਚਿਤੇ ਕਾਮਣ ਹਿਤਕਾਰੀ, ਕ੍ਰੋਧ ਬਿਨਾਸੇ ਸਗਲ ਵਿਕਾਰੀ। ਪਤ ਮਤ ਖੋਵੇ ਨਾਮ ਵਿਸਾਰੀ, ਪਰ ਕਰ ਚੀਤ ਮਨਮੁਖ ਡੋਲਾਏ। ਗਲ ਜੇਵਰੀ ਤੰਦੇ ਲਵਟਾਏ, ਗੁਰਮੁਖ ਛੂਟਸ ਹਰ ਗੁਣ ਗਾਏ। ਜੋ ਤਨ ਵਿਧਵਾ ਪਰ ਕੋ ਦੇਈ, ਕਾਮ ਧਾਮ ਚਿਤ ਪਰ ਵਸ ਸੇਈ। ਬਿਨ ਪਿਰ ਤ੍ਰਿਪਸ ਨ ਕਬਹੂ ਹੋਈ, ਪੜ ਪੜ ਪੋਥੀ ਸਿਮਰਤ ਪਾਠਾ। ਵੇਦ ਪੁਰਾਣ ਪੜ੍ਹੇ ਸੁਣ ਠਾਟਾ, ਬਿਨ ਰਸ ਰਾਤੇ ਮਨ ਮੇ ਤਨ ਨਾਟਾ। ਜਿਉ ਚਾਤਰਕ ਜਲ ਪ੍ਰੇਮ ਪਿਆਸਾ, ਜਿਉ ਮੀਨਾ ਜਲ ਮੇ ਉਦਾਸਾ। ਨਾਨਕ ਹਰ ਰਸ ਪ੍ਰੀਤ ਤ੍ਰਿਪਤਾਸਾ, ਜਿਉ ਚਾਤਰਕ ਜਲ ਪ੍ਰੇਮ ਪਿਆਸਾ। ਜਿਉ ਮੀਨਾ ਜਲ ਮੇ ਉਲਾਸਾ, ਨਾਨਕ ਹਰ ਰਸ ਪੀ ਤ੍ਰਿਪਤਾਸਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਮੁਖੋ, ਭਗਤ ਸਾਧਕ ਵੀ ਹਨ ਜੀ, ਜੋ ਇੱਕ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਸੇ ਹੋਰ ਨੂੰ, ਭਾਵ ਮਾਇਆਵੀ ਵਿਕਾਰਾਂ ਨੂੰ ਉਹ ਨਹੀਂ ਜਾਣਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੰਸਾਰਿਕ ਮਾਇਆਵੀ ਪ੍ਰਪੰਚਾਂ ਅਤੇ ਰੋਗਾਂ ਨੂੰ ਉਹ ਕੌੜਾ ਭਾਵ ਪਾਪ ਸਮਝ ਕੇ ਤਿਆਗ ਦਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਪ੍ਰੇਮ ਵਿੱਚ ਮਿਲ ਕੇ ਉਹ ਗੁਰਮੁਖ ਸਤ ਸਰੂਪ ਵਿੱਚ ਜਾ ਸਮਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹੋ ਜਿਹੇ ਸੱਚੇ ਭਗਤ ਉਹ ਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਲ ਚਿੱਤ ਲੱਗਾ ਹੋਵੇ ਜੀ, ਜਿਨ੍ਹਾਂ ਦਾ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੇ ਨਾਲ ਚਿੱਤ ਲੱਗਾ ਹੋਵੇ ਅਤੇ ਉਸ ਦੇ ਗੁਣਗਾਨ ਗੁਰਸ਼ਬਦ ਰਾਹੀਂ ਕਰਦੇ ਹੋਣ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣਗਾਨ ਕਰਕੇ ਆਪਣੇ ਪਾਪਾਂ ਦੀ ਮੈਲ ਧੋ ਕੇ, ਭਾਵ ਮਾਇਆਵੀ ਵਿਕਾਰਾਂ ਨੂੰ ਖਤਮ ਕਰਕੇ, ਕਾਬੂ ਵਿੱਚ ਪਾ ਕੇ ਪਰਮੇਸ਼ਰ ਹਰ ਨਾਲ ਮਿਲ ਜਾਂਦੇ ਹਨ ਜੀ। ਭਾਵ ਆਪਣੇ ਮੂਲ ਨੂੰ ਪਛਾਣ ਕੇ ਉਹ ਪਰਮੇਸ਼ਰ ਦਾ ਹੀ ਇੱਕ ਅੰਸ਼ ਬਣ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਆ ਸਾਰੇ ਜਗ ਸੰਸਾਰ ਦੇ ਜੀਵਾਂ ਦਾ ਹਿਰਦਾ ਉਲਟਾ ਕਮਲ ਫੁੱਲ ਵਰਗਾ ਹੈ ਜੀ, ਭਾਵ ਪਰਮੇਸ਼ਰ ਦੇ ਗੁਰਸ਼ਬਦ ਨਾਮ ਸਿਮਰਨ ਤੋਂ ਵਿਛੜਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾੜੀ ਮਾਇਆਵੀ ਵਿਕਾਰ ਭਾਵ ਬੁੱਧੀ ਦੀ ਅੱਗ ਸਾਰੇ ਜਗਤ ਸੰਸਾਰ ਨੂੰ ਸਾੜ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹੀ ਇਸ ਸੰਸਾਰ ਭਵ ਸਾਗਰ ਵਿੱਚੋਂ ਬਚਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰੂ ਦੇ ਸ਼ਬਦ ਨਾਮ ਨੂੰ ਵਿਚਾਰਦੇ ਸਮਝਦੇ ਅਤੇ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਭੌਰਾ
ਪਤੰਗਾ, ਹਾਥੀ, ਮੱਛੀ ਅਤੇ ਹਿਰਨ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਸਹਿ ਕੇ ਮਰ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਜੀਵ ਮਨੁੱਖ ਤ੍ਰਿਸ਼ਨਾ ਵਿੱਚ ਲੀਨ, ਭਾਵ ਮਾਇਆਵੀ ਵਿਕਾਰਾਂ ਵਿੱਚ ਹੀ ਲੀਨ, ਖੁੱਬੇ ਹੋਏ ਉਸੇ ਮਾਰਗ ਤੇ ਫਸੇ ਰਹਿੰਦੇ ਹਨ ਜੀ, ਅਤੇ ਆਪਣੇ ਅਸਲ ਤੱਤ ਨੂੰ ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਹਰ ਮੂਲ ਨੂੰ ਨਹੀਂ ਪਛਾਣਦੇ ਅਤੇ ਆਪਣਾ ਆਪ ਨੂੰ ਵੀ ਨਹੀਂ ਪਛਾਣਦੇ ਜੀ, ਅਤੇ ਦੁੱਖ ਵਿੱਚ ਪੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਜੀਵ ਕੇਵਲ ਕਾਮ ਭੋਗ ਨੂੰ ਚਿਤਵਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਅਜਿਹੇ ਸਾਰੇ ਵਿਕਾਰੀ ਵਿਅਕਤੀ ਆਪਣੀ ਕਾਮ ਵਾਸ਼ਨਾ ਕ੍ਰੋਧ ਨਾਲ ਨਸ਼ਟ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਸ਼ਬਦ ਨਾਮ ਨੂੰ ਭੁਲਾ ਕੇ ਆਪਣੀ ਇੱਜ਼ਤ ਅਤੇ ਬੁੱਧੀ ਨੂੰ ਵਿਕਾਰਾਂ ਦੁਆਰਾ ਗਵਾ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨਮੁਖ ਜੀਵ ਆਪਣਾ ਘਰ ਛੱਡ ਕੇ, ਭਾਵ ਆਪਣੀ ਘਰਦੀ ਨੂੰ ਛੱਡ ਕੇ ਪਰਾਏ ਘਰ ਵੱਲ ਹੋਰ ਇਸਤਰੀਆਂ ਨੂੰ ਆਪਣੇ ਚਿੱਤ ਨਾਲ ਡਲਾਉਂਦਾ ਹੈ ਜੀ, ਭਾਵ ਲਗਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਕਰਕੇ ਉਹ ਧੰਦਿਆਂ ਵਿੱਚ ਲਿਪਟਿਆ ਹੋਇਆ ਹੈ ਜੀ, ਭਾਵ ਮਾਇਆਵੀ ਵਿਕਾਰਾਂ ਵਿੱਚ ਫਸਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਗਲ ਵਿੱਚ ਆਪ ਹੀ ਉਹ ਜਮਾਂ ਦੀ ਫਾਹੀ ਪਵਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਾਂ ਦਾ ਗਾਇਨ ਕਰਕੇ ਗੁਰਮੁਖ ਸਾਧਕ ਇਸ ਸੰਸਾਰਿਕ ਬੰਧਨਾਂ ਤੋਂ ਭਾਵ ਮਾਇਆਵੀ ਵਿਕਾਰਾਂ ਤੋਂ ਖਲਾਸ ਹੋ ਜਾਂਦੇ ਹਨ ਜੀ, ਭਾਵ ਗੁਰਸ਼ਬਦ ਗੁਰਬਾਣੀ ਨਾਮ ਨੂੰ ਅੰਦਰ ਵਸਾ ਕੇ ਉਹਨਾਂ ਦੇ ਆਚਰਨ ਸੱਚ ਹੋ ਜਾਂਦਾ ਹੈ ਜੀ, ਅਤੇ ਉਹ ਆਪਣੇ ਵਿਕਾਰਾਂ ਨੂੰ ਕਾਬੂ ਵਿੱਚ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਵਿਧਵਾ ਇਸਤਰੀ ਪਰਾਏ ਮਰਦ ਨੂੰ ਆਪਣਾ ਸਰੀਰ ਸੌਂਪਦੀ ਹੈ ਜੀ, ਅਤੇ ਕਾਮ ਅਤੇ ਧਨ ਕਰਕੇ ਇਹ ਸਭ ਕੁਝ ਕਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਧਨ ਦੀ ਪ੍ਰਾਪਤੀ ਕਰਕੇ ਆਪਣਾ ਚਿੱਤ ਵੀ ਪਰਾਏ ਮਨੁੱਖ ਦੇ ਪੁਰਸ਼ ਦੇ ਵੱਸ ਕਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਉਸਦੇ ਆਪਣੇ ਪਤੀ ਤੋਂ ਬਿਨਾਂ ਉਸਨੂੰ ਅਸਲ ਸੁੱਖ ਸ਼ਾਂਤੀ ਕਦੀ ਵੀ ਪ੍ਰਾਪਤ ਨਹੀਂ ਹੋ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪੰਡਤ ਲੋਕ ਧਾਰਮਿਕ ਪੋਥੀਆਂ ਅਤੇ ਸਮਰਤੀਆਂ ਦਾ ਪਾਠ ਕਰਦੇ ਹਨ ਜੀ, ਅਤੇ ਸੰਕਲਪਾਂ ਵਿਕਲਪਾਂ ਨੂੰ ਸੁਣਾ ਕੇ ਵੇਦਾਂ ਅਤੇ ਪੁਰਾਣਾਂ ਦਾ ਪਾਠ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਬਿਨਾਂ ਪਰਮੇਸ਼ਰ ਦੇ ਗੁਰਸ਼ਬਦ ਨਾਮ ਰਸ ਵਿੱਚ ਰੰਗਣ ਤੇ ਉਹਨਾਂ ਦੇ ਮਨ ਬਹੁਤ ਨਾਚ ਕਰਦੇ ਹਨ ਜੀ, ਭਾਵ ਵਿਕਾਰਾਂ ਵੱਲ ਖਿੰਡੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਤਰ੍ਹਾਂ ਚਾਤਰਿਕ ਪੰਛੀ ਸਵਾਤੀ ਬੂੰਦ ਨਛੱਤ ਵਾਲੇ ਜਲ ਦੇ ਪ੍ਰੇਮ ਲਈ ਪਿਆਸਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਵੇਂ ਮੱਛੀ ਜਲ ਵਿੱਚ ਬਹੁਤ ਖੁਸ਼ ਰਹਿੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਹਨ ਜੀ ਉਹ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਰਸ ਪੀ ਕੇ ਤ੍ਰਿਪਤ ਹੁੰਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਪਰਮੇਸ਼ਰ ਦੇ ਭਗਤ ਦੀ ਇਹ ਵਿਸ਼ੇਸ਼ਤਾ ਹੈ ਜੀ ਕਿ ਉਹ ਸੰਸਾਰਿਕ ਪ੍ਰਲੋਭਨਾਂ ਅਤੇ ਆਕਰਸ਼ਣਾਂ ਨੂੰ
ਮਾਇਆਵੀ ਵਿਕਾਰਾਂ ਨੂੰ ਤਿਆਗ ਕੇ ਗੁਰਸ਼ਬਦ ਗੁਰਬਾਣੀ ਨਾਮ ਉੱਤੇ ਅਮਲ ਕਰਦੇ ਹਨ ਜੀ। ਇਸ ਦੇ ਨਾਲ ਮਨੁੱਖ ਵਿਅਕਤੀ ਵਿਸ਼ੇ ਵਾਸ਼ਨਾਵਾਂ ਵੱਲੋਂ ਉਹਨਾਂ ਦੀ ਸਥਿਤੀ ਕਾਬੂ 'ਚ ਆ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਧਰਮ ਗ੍ਰੰਥਾਂ ਦਾ ਪਾਠ ਕਰਨ ਨਾਲ ਵੀ ਤ੍ਰਿਪਤੀ ਨਹੀਂ ਮਿਲਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਦੇ ਭਗਤਾਂ ਦੀ ਵਾਹਿਗੁਰੂ ਨੂੰ ਮਿਲਣ ਦੀ ਤੀਬਰ ਇੱਛਾ ਨੂੰ ਉਹਨਾਂ ਨੇ ਚਾਤਰਿਕ ਦੀ ਜਲ ਨਾਲ ਪਿਆਸ ਵਾਲੀ ਉਦਾਹਰਨ ਦੇ ਕੇ ਸਾਨੂੰ ਇਹ ਸਮਝਾਇਆ ਹੈ ਜੀ ਕਿ ਜਿਸ ਤਰ੍ਹਾਂ ਚਾਤਰਿਕ ਲਈ ਪਾਣੀ ਦਾ ਸਾਰਾ ਸਾਗਰ ਕਿਸੇ ਅਰਥ ਨਹੀਂ, ਉਸਨੂੰ ਉਸਦਾ ਫਾਇਦਾ ਹੀ ਨਹੀਂ ਹੈ ਜੀ, ਕਿਉਂਕਿ ਉਸਦਾ ਪਿਆਰ ਪ੍ਰੇਮ ਇੱਕੋ ਸਵਾਤੀ ਬੂੰਦ ਨਾਲ ਹੈ ਜੀ, ਜਿਸ ਦੇ ਨਾਲ ਉਸਦੀ ਪਿਆਸ ਮਿਟਣੀ ਹੈ ਜੀ ਅਤੇ ਉਹਨੂੰ ਅੰਦਰ ਸੁੱਖ ਸ਼ਾਂਤੀ ਮਿਲਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਇਸੇ ਤਰ੍ਹਾਂ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਰਸ ਦੇ ਸੇਵਨ ਨਾਲ ਹੀ ਜੀਵ ਗੁਰਮੁਖ ਸੰਤੁਸ਼ਟ ਹੋ ਕੇ ਆਪਣਾ ਸਫਲ ਮਨੋਰਥ ਪੂਰਾ ਕਰ ਸਕਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।